ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਸ ਲਰਨਿੰਗ ਪੁਆਇੰਟ ਦੇ ਉੱਪਰ। ਤੇ ਅੱਜ ਜਿਹੜਾ ਇਹ ਸਾਡਾ ਮੈਥ ਦਾ ਲੈਕਚਰ ਹੈ, ਮੈਥ ਦਾ ਲੈਕਚਰ ਨੰਬਰ ਅਸੀਂ 3 ਜਿਹੜਾ ਹੈ ਅੱਜ ਦੇਖ ਰਹੇ ਹਾਂ, ਤੁਸੀਂ ਸੁਣ ਰਹੇ ਹੋ। ਤੇ ਇਸ ਦੇ ਵਿੱਚ ਅਸੀਂ ਅੱਜ ਕੀ ਕਰਨਾ ਹੈ, ਅਸੀਂ ਪਹਿਲੀ ਚੀਜ਼ ਕਰਨੀ ਹੈ ਜੀ ਪੋਲੀਨੋਮੀਅਲ ਬਹੁਪਦ, ਜਿਹੜਾ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਕਰ ਚੁੱਕੇ ਹਾਂ ਕਿ ਬਹੁਪਦ ਕੀ ਹੁੰਦੀ ਹੈ, ਬਹੁਪਦ ਦੀ ਡਿਗਰੀ ਕੀ ਹੁੰਦੀ ਹੈ। ਤੇ ਫਿਰ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਸਿੱਖਿਆ ਸੀ ਕਿ ਰੂਟਸ ਆਫ ਪੋਲੀਨੋਮੀਅਲ ਕੀ ਹੁੰਦੀਆਂ, ਯਾਨੀ ਕਿ ਜ਼ੀਰੋਜ਼ ਆਫ ਬਹੁਪਦ ਜਾਂ ਅਸੀਂ ਗੱਲ ਕਰੀਏ ਪੋਲੀਨੋਮੀਅਲ। ਠੀਕ ਹੈ ਜੀ, ਯਾਨੀ ਕਿ ਰੂਟਸ ਕੀ ਹੋਣਗੇ ਇੱਕ ਪੋਲੀਨੋਮੀਅਲ ਦੇ ਲਈ ਜਾਂ ਜ਼ੀਰੋਜ਼ ਕੀ ਹੋਣਗੀਆਂ। ਤੇ ਲਾਸਟ ਚੀਜ਼ ਨੇਚਰ ਆਫ ਰੂਟਸ, ਜਿਹੜਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ, ਪਰ ਅੱਜ ਇਸ ਚੀਜ਼ ਨੂੰ ਥੋੜ੍ਹੇ ਜਿਹੇ ਹੋਰ ਧਿਆਨ ਨਾਲ ਅਸੀਂ ਜਿਹੜਾ ਸਿੱਖਣਾ ਹੈ ਕਿ ਰੂਟਸ ਆਫ ਪੋਲੀਨੋਮੀਅਲ ਨਿਕਲਣੇ ਵੀ ਕਿਵੇਂ ਨੇ। ਸੋ ਇਹ ਚੀਜ਼ਾਂ ਦੇ ਉੱਪਰ ਜਿਹੜੀ ਅੱਜ ਆਪਣੀ ਵਿਚਾਰ ਚਰਚਾ ਰਹੇਗੀ। ਸੋ ਉਮੀਦ ਕਰਦੇ ਹਾਂ ਤੁਹਾਨੂੰ ਪਿਛਲੇ ਲੈਕਚਰ ਵੀ ਚੰਗੇ ਲੱਗੇ ਸੀ ਤੇ ਇਹ ਲੈਕਚਰ ਵੀ ਤੁਹਾਨੂੰ ਚੰਗਾ ਲੱਗੇਗਾ। ਤੇ ਆਓ ਆਪਾਂ ਸਟਾਰਟ ਕਰਦੇ ਹਾਂ ਆਪਣਾ ਤਰੀਕਾ। ਸੋ ਆਓ ਇੱਥੇ ਆਪਾਂ ਕਰੀਏ ਸਟਾਰਟ। ਇੱਥੇ ਜੋ ਆਪਾਂ ਕਲਰ ਹੈ, ਪਹਿਲਾਂ ਕਲਰ ਦੀ ਚੋਇਸ ਦੇਖ ਲੈਂਦੇ ਹਾਂ ਕਿ ਕਿਹੜਾ ਕਲਰ ਆਪਾਂ ਨੂੰ ਅੱਛਾ ਲੱਗੇਗਾ। ਆਈ ਥਿੰਕ ਇੱਥੇ ਰੈੱਡ ਕਲਰ ਵੀ ਅੱਛਾ ਨਹੀਂ ਲੱਗੇਗਾ, ਇੱਥੇ ਵਾਈਟ ਕਲਰ ਹੀ ਸਹੀ ਰਹੇਗਾ। ਸੋ ਦੇਖੋ, ਪਹਿਲੀ ਜਿਹੜੀ ਸਲਾਈਡ ਹੈ ਆਪਣੀ ਹੈ ਕਿ ਹਾਊ ਟੂ ਫਾਈਂਡ ਰੂਟਸ। ਕਿ ਜੇਕਰ ਇੱਕ ਕੁਆਡਰੈਟਿਕ ਪੋਲੀਨੋਮੀਅਲ, ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕੱਲ੍ਹ ਹੀ ਕਿ ਕੁਆਡਰੈਟਿਕ ਪੋਲੀਨੋਮੀਅਲ ਕੀ ਹੁੰਦੀ ਹੈ ਜੀ। ਇਸ ਨੂੰ ਪੰਜਾਬੀ 'ਚ ਬੋਲਦੇ ਨੇ ਦੋ ਘਾਤੀ ਸਮੀਕਰਨ। ਠੀਕ ਹੈ ਜੀ, ਦੋ ਘਾਤੀ ਸਮੀਕਰਨ ਦਾ ਮਤਲਬ ਹੈ ਕਿ ਕਿਸੇ ਵੀ ਚੱਲ ਸੰਖਿਆ ਦੀ, ਯਾਨੀ ਕਿ ਕਿਸੇ ਵੀ ਵੇਰੀਏਬਲ ਦੀ ਕਿੰਨੀ ਘਾਤ ਹੈ, ਯਾਨੀ ਕਿ ਕਿੰਨੀ ਪਾਵਰ ਹੈ, ਜਾਂ ਉਸ ਨੂੰ ਕੀ ਬੋਲਦੇ ਨੇ ਘਾਤ। ਯਾਨੀ ਕਿ ਕੋਈ ਵੇਰੀਏਬਲ ਦੀ ਜੇਕਰ ਘਾਤ 2 ਹੋਵੇ ਤਾਂ ਅਸੀਂ ਉਸ ਸਮੀਕਰਨ ਨੂੰ ਕੀ ਬੋਲਦੇ ਹਾਂ, ਦੋ ਘਾਤੀ ਸਮੀਕਰਨ ਬੋਲਦੇ ਹਾਂ। ਠੀਕ ਹੈ ਜੀ, ਸੋ ਅਸੀਂ ਉਸ ਦੋ ਘਾਤੀ ਸਮੀਕਰਨ ਕੋਲ ਕਿੰਨੀਆਂ ਰੂਟਸ ਮਿਲਣਗੇ, ਕਿੰਨੇ ਜ਼ੀਰੋ ਮਿਲਣਗੇ, 2 ਹੀ ਮਿਲਣਗੇ। ਇਹ ਤੁਹਾਨੂੰ ਕੱਲ ਦੱਸ ਕੇ ਹਟਿਆ ਕਿ ਜਿੰਨੀ ਘਾਤ ਹੋਏਗੀ ਕਿਸੇ ਵੀ ਪੋਲੀਨੋਮੀਅਲ ਦੀ ਉਨੀਆਂ ਹੀ ਜ਼ੀਰੋਜ਼ ਮਿਲਣਗੀਆਂ। ਪਰ ਅੱਜ ਅਸੀਂ ਜੋ ਸਿੱਖਣਾ ਹੈ ਉਹ ਇਹ ਸਿੱਖਣਾ ਹੈ ਕਿ ਉਹ ਜ਼ੀਰੋਜ਼ ਕੱਢੀਆਂ ਕਿਵੇਂ ਜਾਣਗੀਆਂ, ਹਾਊ ਟੂ ਫਾਈਂਡ ਜ਼ੀਰੋਜ਼ ਆਫ ਅ ਕੁਆਡਰੈਟਿਕ ਪੋਲੀਨੋਮੀਅਲ, ਜਾਂ ਹਾਊ ਟੂ ਫਾਈਂਡ ਰੂਟਸ ਫॉर ਕੁਆਡਰੈਟਿਕ ਪੋਲੀਨੋਮੀਅਲ। ਠੀਕ ਹੈ ਜੀ, ਆਓ ਆਪਾਂ ਸਿੱਖਦੇ ਹਾਂ। ਦੇਖੋ, ਕੋਈ ਵੀ ਕੁਆਡਰੈਟਿਕ ਇਕੁਏਸ਼ਨ ਹੈ ਉਹ ਤੁਹਾਡੇ ਕੋਲ ਕਿਸ ਤਰੀਕੇ ਦੀ ਹੋਵੇਗੀ, ax ਦੀ ਘਾਤ 2 ਜਮਾ bx ਜਮਾ c ਬਰਾਬਰ 0। ਇਹ ਅਸੀਂ ਕੱਲ੍ਹ ਸਿੱਖਿਆ ਹੈ। ਪਹਿਲਾ ਕੰਮ ਜਿਹੜਾ ਅਸੀਂ ਕਰਨਾ ਹੈ, ਚਾਹੇ ਅਸੀਂ 0 ਕੱਢਣੀ ਹੋਵੇ, ਕੋਈ ਵੀ ਰੂਟ ਕੱਢਣੇ ਹੋਣ ਦੋ ਘਾਤੀ ਸਮੀਕਰਨ ਦੇ, ਤਾਂ ਸਾਡਾ ਪਹਿਲਾ ਕੰਮ ਰਹੇਗਾ a ਕਿੰਨਾ ਹੈ ਇਹ ਦੱਸਣਾ ਹੈ, ਫਿਰ b ਕਿੰਨਾ ਹੈ ਇਹ ਵੀ ਕੱਢ ਲੈਣਾ ਹੈ, ਅਤੇ c ਕਿੰਨਾ ਹੈ ਇਹ ਵੀ ਅਸੀਂ ਕੱਢ ਲੈਣਾ ਹੈ। ਠੀਕ ਹੈ ਜੀ, ਜਿਵੇਂ ਮੰਨ ਲਓ x ਦੀ ਘਾਤ 2 ਮਾਈਨਸ ਦੇ 5x, ਠੀਕ ਹੈ ਜੀ, ਅਤੇ ਜਮਾ 4 ਬਰਾਬਰ 0 ਹੋਵੇ। ਇਸ ਦੋ ਘਾਤੀ ਸਮੀਕਰਨ ਦੇ ਅਸੀਂ ਰੂਟਸ ਫਾਈਂਡ ਕਰਨੇ ਨੇ, 0 ਫਾਈਂਡ ਕਰਨੀ ਹੈ। ਤਾਂ ਅਸੀਂ ਕਿਵੇਂ ਫਾਈਂਡ ਕਰਾਂਗੇ? ਸਭ ਤੋਂ ਪਹਿਲਾਂ ਕੰਮ ਅਸੀਂ ਕੀ ਕਰਾਂਗੇ, ਅਸੀਂ ਇਹਦੇ ਵਿੱਚ a b c ਕੱਢਾਂਗੇ। ਇੱਥੇ a 1 ਹੈ, b ਯਾਨੀ ਕਿ x ਦੇ ਨਾਲ ਕੀ ਲੱਗਿਆ ਹੋਇਆ ਹੈ ਉਹ ਸਾਡਾ b ਹੁੰਦਾ ਹੈ, ਅਤੇ c ਕੀ ਹੋ ਜਾਏਗਾ ਸਾਡਾ 4। ਠੀਕ ਹੈ ਜੀ, ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਕਿ a b ਅਤੇ c ਕਿਵੇਂ ਕੱਢਣੇ ਨੇ। ਠੀਕ ਹੈ ਜੀ, ਹੁਣ ਅਸੀਂ ਇੱਥੇ ਗੱਲ ਕਰਦੇ ਹਾਂ, ਹੁਣ ਇੱਥੇ ਅਸੀਂ ਗੱਲ ਕਰਦੇ a b c ਜਦੋਂ ਅਸੀਂ ਕੱਢ ਲਿਆ ਤਾਂ ਰੂਟਸ ਕਿਵੇਂ ਪਤਾ ਚੱਲਦੇ ਨੇ। ਤਾਂ ਰੂਟਸ ਨੂੰ ਕੱਢਣ ਦੇ ਲਈ ਸਭ ਤੋਂ ਪਹਿਲਾ ਕੰਮ ਜਿਹੜਾ ਸਾਨੂੰ ਕਰਨਾ ਪਏਗਾ ਉਹ ਹੈ ਜੀ, ਅਸੀਂ ਕੱਢਾਂਗੇ ਡਿਸਕ੍ਰਿਮੀਨੈਂਟ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਜਿਹੜਾ ਹੈ ਉਹ ਹੈ ਜੀ b² - 4ac। ਜਿਹੜੇ ਬੱਚਿਆਂ ਨੂੰ ਇਹ ਦੇਖਣ ਵਿੱਚ ਸਮਝ ਨਹੀਂ ਆ ਰਿਹਾ ਤਾਂ ਉਹ ਇੱਕ ਵਾਰ ਪਿਛਲਾ ਲੈਕਚਰ ਜ਼ਰੂਰ ਦੇਖਣ, ਕਿਉਂਕਿ ਕੱਲ੍ਹ ਦੇ ਲੈਕਚਰ ਦੇ ਵਿੱਚ ਜੋ ਦੱਸਿਆ ਗਿਆ ਸੀ ਉਹ ਸਮਝਾਇਆ ਗਿਆ ਸੀ ਕਿ ਡਿਸਕ੍ਰਿਮੀਨੈਂਟ ਕੀ ਹੈ, ਡਿਸਕ੍ਰਿਮੀਨੈਂਟ ਕੀ ਕੰਮ ਕਰਦਾ ਹੈ। ਠੀਕ ਹੈ ਜੀ, ਸੋ ਡਿਸਕ੍ਰਿਮੀਨੈਂਟ ਹੈ b² - 4ac, ਯਾਨੀ ਕਿ b ਦੀ ਘਾਤ 2 - 4ac। ਤਾਂ ਇੱਥੇ ਅਸੀਂ ਜਿਹੜਾ ਕੰਮ ਕਰਨਾ ਹੈ, ਡਿਸਕ੍ਰਿਮੀਨੈਂਟ ਕੱਢਾਂਗੇ ਤਾਂ ਕਿਵੇਂ ਕੱਢਾਂਗੇ, b ਦੀ ਘਾਤ 2 ਯਾਨੀ ਕਿ -5 ਦੀ ਘਾਤ 2 -4 ਗੁਣਾ a ਗੁਣਾ c। ਅਸੀਂ ਇਸ ਤਰੀਕੇ ਨਾਲ ਲਿਖ ਲਵਾਂਗੇ। -5 ਦੀ ਘਾਤ 2 ਦਾ ਮਤਲਬ ਮਾਈਨਸ ਦੀ ਘਾਤ 2 ਹੋਣ ਦਾ ਮਤਲਬ ਹੈ ਜੀ ਪਲੱਸ ਹੋ ਜਾਏਗਾ। 5 ਦੀ ਘਾਤ 2 ਦਾ ਮਤਲਬ ਹੈ 25, ਮਾਈਨਸ 4 ਦੀ 1 ਨਾਲ ਗੁਣਾ 4, ਫਿਰ 4 ਦੀ ਗੁਣਾ 4 ਨਾਲ ਹੋ ਜਾਏਗਾ ਜੀ 16। ਤਾਂ 25 ਵਿੱਚੋਂ 16 ਗਏ, ਆ ਜਾਏਗਾ ਜੀ 9। ਤਾਂ ਇਹ ਸਾਡਾ ਆ ਗਿਆ ਡੀ, ਯਾਨੀ ਕਿ ਡਿਸਕ੍ਰਿਮੀਨੈਂਟ। ਦੇਖੋ, ਤੁਸੀਂ ਜੇਕਰ ਕਿਸੇ ਵੀ ਕੁਆਡਰੈਟਿਕ ਇਕੁਏਸ਼ਨ ਦੇ ਰੂਟ ਫਾਈਂਡ ਕਰਨੇ ਨੇ ਤਾਂ ਤੁਹਾਨੂੰ ਸਭ ਤੋਂ ਪਹਿਲਾ ਕੰਮ ਜੋ ਹੈ ਉਹ ਕੀ ਕਰਨਾ ਪਏਗਾ, ਡਿਸਕ੍ਰਿਮੀਨੈਂਟ ਫਾਈਂਡ ਕਰਨਾ ਪਏਗਾ। ਅਤੇ ਡਿਸਕ੍ਰਿਮੀਨੈਂਟ ਨੂੰ ਪੰਜਾਬੀ ਦੇ ਵਿੱਚ ਵੀ ਡਿਸਕ੍ਰਿਮੀਨੈਂਟ ਹੀ ਬੋਲਿਆ ਜਾਂਦਾ ਹੈ। ਠੀਕ ਹੈ ਜੀ,
ਤੁਸੀਂ ਜਦੋਂ ਡਿਸਕ੍ਰਿਮੀਨੈਂਟ ਕੱਢ ਲਓਗੇ, ਹੁਣ ਤੁਹਾਨੂੰ ਰੂਟਸ ਫਾਈਂਡ ਕਰਨ ਦਾ ਮੈਥਡ ਦੱਸਣ ਜਾ ਰਹੇ ਹਾਂ। ਰੂਟ ਕਿਵੇਂ ਫਾਈਂਡ ਕੀਤੇ ਜਾਂਦੇ ਨੇ। ਜੇਕਰ ਰਕਮ x ਦੇ ਵਿੱਚ ਹੋਵੇ ਤਾਂ ਤੁਸੀਂ ਰੂਟ ਕੀ ਲਿਖੋਗੇ, x ਬਰਾਬਰ। ਜੇ ਮੰਨ ਲਓ ਰਕਮ ਤੁਹਾਡੀ ਹੁੰਦੀ y ਦੀ ਘਾਤ 2 ਮਾਈਨਸ ਦੇ 5y ਜਮ੍ਹਾਂ 4 ਬਰਾਬਰ 0, ਤਾਂ ਤੁਸੀਂ ਰੂਟ ਕਿਵੇਂ ਲਿਖਣੇ ਸੀ, y ਦੇ ਬਰਾਬਰ ਲਿਖਣੇ ਸੀ। ਠੀਕ ਹੈ ਜੀ। ਤਾਂ ਇਹ x ਔਰ y ਸਿਰਫ ਡਿਪੈਂਡ ਕਰਦਾ ਤੁਹਾਡੀ ਇਕੁਏਸ਼ਨ ਕਾਹਦੇ ਵਿੱਚ ਦਿੱਤੀ ਹੋਈ ਸੀ। ਤਾਂ ਇੱਥੇ x ਦੇ ਵਿੱਚ ਸੀ ਤਾਂ ਅਸੀਂ x ਬਰਾਬਰ ਲਿਖ ਲਿਆ। ਹੁਣ ਰੂਟ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ, -b ਪਲੱਸ ਤੇ ਮਾਈਨਸ ਦੋਨੋਂ ਨਿਸ਼ਾਨ ਇਕੱਠੇ ਲਿਖਣੇ ਹੁੰਦੇ ਨੇ, ਇੱਕ ਪਲੱਸ ਦਾ ਵੀ ਔਰ ਮਾਈਨਸ ਦਾ ਵੀ। ਅਤੇ ਇੱਥੇ ਕੀ ਹੁੰਦਾ ਜੀ, b ਦੀ ਘਾਤ 2 ਮਾਈਨਸ 4ac, ਯਾਨੀ ਕਿ ਇਹ d ਹੀ ਹੈ ਅਤੇ ਬਟੇ ਵਿੱਚ ਹੁੰਦਾ ਹੈ ਜੀ 2a, ਯਾਨੀ ਕਿ a ਦੀ ਗੁਣਾ 2 ਨਾਲ ਕਰਵਾਉਣੀ ਹੈ। ਉਮੀਦ ਕਰਦਾ ਤੁਹਾਨੂੰ ਇਹ 'ਚ ਸਮਝ ਲੱਗ ਗਈ ਹੋਏਗੀ। ਇੱਥੇ d ਕਿੰਨਾ ਆਇਆ ਜੀ, 9 ਆਇਆ। ਆਓ ਆਪਾਂ ਇੱਥੇ ਪਹਿਲਾਂ ਇਸ ਨੂੰ ਇਰੇਜ਼ ਕਰ ਲੈਂਦੇ ਹਾਂ। ਦੇਖੋ ਜੋ ਸਾਡੀ ਰਕਮ ਸੀ ਉਹ ਸੀ x ਦੀ ਘਾਤ 2 ਮਾਈਨਸ ਦੇ 5x ਜਮ੍ਹਾਂ 4 ਬਰਾਬਰ 0। ਅਸੀਂ ਇਸ ਇਕੁਏਸ਼ਨ ਦੇ ਵਿੱਚੋਂ d ਕੱਢਿਆ, d ਸਾਡਾ ਆ ਗਿਆ ਸੀ 9। ਠੀਕ ਹੈ ਜੀ। ਇੱਥੇ a ਜੋ ਹੈ ਉਹ 1 ਹੈ, b ਜੋ ਹੈ ਉਹ ਮਾਈਨਸ ਦੇ 5 ਹੈ ਅਤੇ c ਕੀ ਹੈ ਜੀ 4 ਹੈ। ਇਹ ਸਭ ਚੀਜ਼ਾਂ ਸਾਨੂੰ ਪਤਾ ਨੇ। ਅਸੀਂ ਰੂਟ ਫਾਈਂਡ ਕਰਨੇ ਨੇ। ਰੂਟ ਫਾਈਂਡ ਕਰਨ ਦਾ ਮੈਥਡ ਕੀ ਹੈ, ਮਾਈਨਸ ਦੇ b ਪਲੱਸ ਮਾਈਨਸ, ਇਹ ਇਕੱਠਾ ਆਏਗਾ ਜੀ ਪਲੱਸ ਮਾਈਨਸ। ਇੱਥੇ ਕੀ ਆ ਜਾਏਗਾ ਜੀ, b ਦੀ ਘਾਤ 2 ਮਾਈਨਸ 4ac ਬਟਾ 2a, ਜਾਂ ਇਹਨੂੰ ਅਸੀਂ ਲਿਖਣਾ ਚਾਹੀਏ ਐਵੇਂ ਵੀ ਲਿਖ ਸਕਦੇ ਹਾਂ, ਮਾਈਨਸ ਦੇ b ਪਲੱਸ ਮਾਈਨਸ ਵਰਗਮੂਲ d ਬਟਾ 2a, ਕਿਉਂਕਿ ਇਹ d ਦੀ ਵੈਲਿਊ ਹੀ b ਦੀ ਘਾਤ 2 ਮਾਈਨਸ 4ac ਹੁੰਦਾ ਹੈ। ਠੀਕ ਹੈ ਜੀ। ਹੁਣ ਇੱਥੇ ਸਾਡਾ ਕੰਮ ਕੀ, ਅਸੀਂ ਵੈਲਿਊਜ਼ ਨੂੰ ਭਰਨਾ ਹੈ। ਮਾਈਨਸ ਦੇ b, ਯਾਨੀ ਕਿ ਅਸੀਂ ਸਭ ਤੋਂ ਪਹਿਲਾਂ ਲਿਖਾਂਗੇ ਮਾਈਨਸ b ਲਿਖਣਾ ਹੈ ਇਹਦੇ ਅੰਦਰ। b ਕੀ ਹੈ, b ਪਹਿਲਾਂ ਹੀ -5 ਹੈ, ਯਾਨੀ ਕਿ ਬ੍ਰੈਕਟ ਦੇ ਵਿੱਚ ਵੀ ਕੀ ਆ ਜਾਏਗਾ, ਮਾਈਨਸ ਦੇ 5। ਫਿਰ ਇੱਕ ਨਿਸ਼ਾਨ ਪਲੱਸ ਦਾ ਹੈ, ਇੱਕ ਮਾਈਨਸ ਦਾ ਹੈ, ਵਰਗਮੂਲ d। d ਦਾ ਮੁੱਲ ਕਿੰਨਾ ਹੈ ਜੀ 9, ਤਾਂ ਅਸੀਂ ਇੱਥੇ ਕੱਢ ਲਵਾਂਗੇ 9 ਲਿਖ ਦੇਵਾਂਗੇ। ਬਟੇ 'ਚ ਕੀ ਆ ਜਾਏਗਾ ਜੀ 2। a ਕਿੰਨਾ ਹੈ 1, ਤਾਂ ਅਸੀਂ a ਨੂੰ 1 ਭਰ ਲਿਆ। ਤਾਂ ਹੁਣ ਕੀ ਆ ਜਾਏਗਾ ਜੀ, ਮਾਈਨਸ ਦੀ ਮਾਈਨਸ ਨਾਲ ਗੁਣਾ ਹੋ ਗਿਆ ਜੀ ਪਲੱਸ ਦੇ 5। ਫਿਰ ਇੱਕ ਵਾਰ ਨਿਸ਼ਾਨ ਪਲੱਸ ਦਾ, ਇੱਕ ਵਾਰ ਮਾਈਨਸ ਦਾ। 9 ਦਾ ਵਰਗਮੂਲ ਕੀ ਹੁੰਦਾ ਜੀ 3, ਬਟੇ 'ਚ ਕੀ ਆ ਜਾਏਗਾ ਜੀ 2, ਕਿਉਂਕਿ 2 ਦੀ 1 ਨਾਲ ਗੁਣਾ ਹੋ ਗਿਆ 2। ਹੁਣ ਦੇਖੋ ਇੱਥੇ ਦੋ ਨਿਸ਼ਾਨ ਨੇ, ਇੱਕ ਨਿਸ਼ਾਨ ਹੈ ਪਲੱਸ ਦਾ, ਇੱਕ ਹੈ ਮਾਈਨਸ ਦਾ। ਤਾਂ ਅਸੀਂ ਕੀ ਕਰਾਂਗੇ, 5 ਲਿਖਿਆ, ਇੱਕ ਵਾਰ ਅਸੀਂ ਪਲੱਸ ਦਾ ਨਿਸ਼ਾਨ ਲਿਖਾਂਗੇ ਕੋਮਾ ਪਾ ਕੇ, ਫਿਰ ਇੱਕ ਵਾਰ ਅਸੀਂ ਮਾਈਨਸ ਦਾ ਨਿਸ਼ਾਨ ਲਿਖਾਂਗੇ। ਯਾਨੀ ਕਿ ਦੋ ਨਿਸ਼ਾਨ ਨੇ, ਤਾਂ ਇੱਕ ਵਾਰ ਅਸੀਂ ਪਲੱਸ ਵਾਲਾ ਲਿਖਣਾ ਹੈ ਇੱਦਾਂ, ਔਰ ਇੱਕ ਵਾਰ ਅਸੀਂ ਮਾਈਨਸ ਵਾਲਾ ਲਿਖਣਾ ਹੈ ਇੱਦਾਂ। ਤਾਂ ਹੁਣ ਕਿੰਨਾ ਆ ਜਾਏਗਾ ਜੀ, 5 ਜਮ੍ਹਾਂ 3 8 ਬਟਾ 2 ਕਿੰਨਾ ਹੋ ਗਿਆ ਜੀ, ਔਰ 5 ਚੋਂ 3 ਗਏ 2 ਬਟਾ 2, ਯਾਨੀ ਕਿ ਕੱਟ ਕੇ ਕੀ ਆ ਜਾਏਗਾ, 8 ਨੂੰ 2 ਨਾਲ ਕੱਟਿਆ 4 ਆ ਗਿਆ ਜੀ, 2 ਨੂੰ 2 ਨਾਲ ਕੱਟਿਆ 1 ਆ ਗਿਆ। ਯਾਨੀ ਕਿ ਇਹਦੀਆਂ 2 ਸਿਫਰਾਂ, 2 ਜ਼ੀਰੋਜ਼, 2 ਰੂਟ ਆਏ, ਅਤੇ 2 ਰੂਟ ਕੀ ਆ ਗਏ ਜੀ 4 ਅਤੇ 1 ਆ ਗਿਆ। ਠੀਕ ਹੈ ਜੀ। ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਜਿਹੜੀ ਸਮਝ ਲੱਗੀ ਹੋਏਗੀ ਕਿ ਕਿਵੇਂ ਆਈ ਹੈ। ਤਾਂ ਇੱਥੇ ਸਾਡੇ ਕੋਲ 2 ਮੁੱਲ ਆ ਗਏ, 4 ਅਤੇ 1। ਤਾਂ ਤੁਹਾਨੂੰ ਪੇਪਰ ਦੇ ਵਿੱਚ ਇੱਦਾਂ ਹੀ ਕੁਐਸਚਨ ਆਏਗਾ ਕਿ 1 2 ਘਾਤੀ ਸਮੀਕਰਨ ਦਿੱਤੀ ਹੋਏਗੀ, ਪੁੱਛਿਆ ਜਾਏਗਾ ਇਸ ਦੀਆਂ ਕੌਣ ਸਿਫਰਾਂ ਨੇ, ਤਾਂ ਤੁਸੀਂ ਐਵੇਂ ਲੱਭਣਾ ਹੈ 4,1 ਉੱਥੇ ਆਪਸ਼ਨਾਂ ਦੇ ਵਿੱਚ ਪਿਆ ਹੋਏਗਾ। ਠੀਕ ਹੈ ਜੀ। ਅਗਰ ਉਹ ਪੁੱਛੇ ਕਿ ਇਸ ਦੇ ਗੁਣਨਖੰਡ ਦੱਸੇ ਜਾਣ, ਤਾਂ ਗੁਣਨਖੰਡ ਵੀ ਲਿਖਣ ਦਾ ਸੌਖਾ ਜਿਹਾ ਤਰੀਕਾ ਹੁੰਦਾ। ਜਿਹੜੇ ਵੀ ਇਸ ਦੇ ਰੂਟ ਆ ਗਏ, ਜ਼ੀਰੋਜ਼ ਆ ਗਈਆਂ, ਮੁੱਲ ਆ ਗਏ, ਤਾਂ ਜਿਵੇਂ ਇੱਥੇ 4 ਆਇਆ ਤਾਂ ਤੁਸੀਂ x ਮਾਈਨਸ 4 ਲਿਖ ਦੋਗੇ। ਇੱਥੇ 1 ਆ ਗਿਆ ਤਾਂ ਇਹਨੂੰ x ਮਾਈਨਸ 1 ਲਿਖ ਦੋਗੇ, ਤਾਂ ਇਹ ਉਸ ਸਮੀਕਰਨ ਦੇ ਗੁਣਨਖੰਡ ਮੰਨੇ ਜਾਣਗੇ। ਦੇਖੋ ਅਗਰ ਤੁਹਾਡੇ ਰੂਟ a ਅਤੇ b ਆ ਜਾਣ ਤਾਂ ਉਹਨੂੰ ਲਿਖਣ ਦਾ ਤਰੀਕਾ ਹੁੰਦਾ x ਮਾਈਨਸ a ਅਤੇ x ਮਾਈਨਸ b। ਜੇ ਮੰਨ ਲਓ ਤੁਹਾਡੇ ਰੂਟ ਆ ਜਾਂਦੇ ਮਾਈਨਸ ਦੇ 3 ਅਤੇ 2, ਤਾਂ ਤੁਸੀਂ ਕਿਵੇਂ ਲਿਖਣਾ ਸੀ, x ਮਾਈਨਸ 3 ਅਤੇ x ਮਾਈਨਸ 2, ਕਿਉਂਕਿ ਅਸੀਂ x ਵਿੱਚੋਂ a ਨੂੰ ਘਟਾਉਣਾ ਹੈ, ਇਹ ਚਾਹੇ ਕੁਛ ਵੀ ਹੋਏ। ਤਾਂ ਇਹ ਆ ਜਾਏਗਾ x ਜਮ੍ਹਾਂ 3 ਅਤੇ x ਮਾਈਨਸ 2। ਤਾਂ ਜਦੋਂ ਵੀ ਤੁਸੀਂ ਕੁਐਸਚਨ ਕਰਨ ਲੱਗੋ ਤੇ ਤੁਹਾਡੇ ਜ਼ੀਰੋਜ਼ ਜਿਹੜੀਆਂ ਇਸ ਫਾਰਮੂਲੇ ਦੇ ਰਾਹੀਂ ਜਿਵੇਂ ਵੀ ਆ ਜਾਣ, ਤੁਸੀਂ ਉਹਨਾਂ ਨੂੰ ਐਵੇਂ ਲਿਖ ਕੇ, ਇਹ ਉਹਨਾਂ ਦੇ ਫੈਕਟਰ ਮੰਨੇ ਜਾਂਦੇ ਨੇ, ਯਾਨੀ ਕਿ ਉਹਨਾਂ ਦੇ ਕੀ ਮੰਨੇ ਜਾਂਦੇ ਨੇ, ਇਹ ਗੁਣਨਖੰਡ। ਠੀਕ ਹੈ ਜੀ। ਇਹ ਸੀ ਮੈਥਡ ਕਰਨ ਦਾ ਉਹਨੂੰ, ਬਟ ਪੇਪਰ 'ਚ ਤੁਸੀਂ ਉਸ ਨੂੰ ਹੋਰ ਵੀ ਸੌਖੇ ਤਰੀਕੇ ਨਾਲ ਕਰ ਸਕਦੇ ਹੋ। ਕਿਵੇਂ ਕਰ ਸਕੋਗੇ ਉਹਨੂੰ ਵੀ ਮੈਂ ਹੁਣ ਇੱਥੇ ਦੱਸਦਾ ਤੁਹਾਨੂੰ, ਉਸ ਨੂੰ ਕਿਵੇਂ ਕਰ ਸਕੋਗੇ। ਦੇਖੋ ਜਿਵੇਂ ਮੰਨ ਲਓ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਹੀ ਆ ਗਿਆ ਕਿ x ਦੀ ਘਾਤ 2 ਮਾਈਨਸ 5x ਜਮ੍ਹਾਂ 4 ਬਰਾਬਰ 0 ਦੀਆਂ ਸਿਫਰਾਂ ਹਨ, ਜਾਂ ਇੱਥੇ ਲਿਖਿਆ ਜਾਏ ਰੂਟਸ ਆਫ, ਆਹੀ ਇਕੁਏਸ਼ਨ ਜੋ ਤੁਹਾਨੂੰ ਦਿੱਤੀ ਗਈ ਹੈ ਆਰ। ਆਪਸ਼ਨ ਬਣਾ ਦਿੱਤੇ ਜਾਣ 1 3 1 5 1 4, D ਬਣਾ ਦਿੱਤਾ ਜਾਏ ਨਨ ਆਫ ਦਿਸ। ਤਾਂ ਉੱਥੇ ਤੁਸੀਂ ਕੀ ਕਰਨਾ ਹੈ, ਉੱਥੇ ਤੁਸੀਂ ਫਾਰਮੂਲਾ ਨਹੀਂ ਲਗਾਉਣਾ ਕਿ ਪਹਿਲਾਂ ਡੀਲ ਕੱਢਾਂਗੇ ਫਿਰ ਅਸੀਂ ਆਹ ਵਾਲਾ ਫਾਰਮੂਲਾ ਲਗਾਵਾਂਗੇ। ਇੱਦਾਂ ਨਹੀਂ ਕਰਨਾ, ਇਹ ਗਲਤ ਮੈਥਡ ਹੈ। ਮਤਲਬ ਇਸ ਮੈਥਡ ਨਾਲ ਤੁਸੀਂ ਕੱਢਣਾ ਸਿੱਖ ਸਕਦੇ ਹੋ, ਪਰ ਜੇਕਰ ਪੇਪਰ ਦੇ ਵਿੱਚ MCQ ਹੀ ਆਏ ਨੇ ਤਾਂ ਅਸੀਂ ਕੀ ਕਰਨਾ ਹੈ, ਜਿਵੇਂ ਪਹਿਲਾ ਆਪਸ਼ਨ ਹੈ, ਅਸੀਂ ਪਹਿਲੇ ਆਪਸ਼ਨ ਨੂੰ ਇਸ ਦੇ ਵਿੱਚ ਭਰ ਕੇ ਦੇਖਾਂਗੇ।
मैं ਤੁਹਾਨੂੰ रूट ਦਾ मतलब 0 ਹੋਣ ਦਾ मतलब ਪਹਿਲਾਂ ਹੀ ਸਮਝਾਇਆ ਸੀ ਕਿ ਜੇਕਰ ਕੋਈ ਵੀ ਨੰਬਰ ਕਿਸੇ ਪੋਲੀਨੋਮੀਅਲ ਦੇ ਵਿੱਚ ਭਰ ਕੇ ਉਸ ਪੋਲੀਨੋਮੀਅਲ ਨੂੰ ਸੱਜੇ ਪਾਸੇ ਦੇ ਬਰਾਬਰ ਕਰ ਦੇਗਾ ਤਾਂ ਉਸ ਨੰਬਰ ਨੂੰ ਉਸਦੀ ਸਿਫਰ ਬੋਲ ਦਿੱਤਾ ਜਾਂਦਾ, ਯਾਨੀ ਕਿ रूट। ਤਾਂ ਇਹ ਵਾਲੀ ਪੋਲੀਨੋਮੀਅਲ ਸਾਡੀ px ਅਸੀਂ ਮੰਨ ਲਈ, ਤਾਂ px ਕੀ ਹੋ ਗਿਆ, x ਦੀ ਘਾਤ 2 ਮਾਈਨਸ 5x ਜਮਾ 6 ਬਰਾਬਰ 0, ਜਾਂ ਇੱਥੇ ਆ ਗਿਆ ਜੀ 4। ਠੀਕ ਹੈ ਜੀ। ਹੁਣ ਅਸੀਂ ਇੱਥੋਂ 1 ਨੂੰ ਇਹਦੇ ਵਿੱਚ ਭਰਾਂਗੇ, ਯਾਨੀ ਕਿ p1 1 ਨੂੰ ਭਰਾਂਗੇ ਤਾਂ ਕੀ ਆ ਜਾਏਗਾ, 1 ਦੀ ਘਾਤ 2 ਮਾਈਨਸ 5 ਗੁਣਾ 1 ਜਮਾ 4, ਇਹ ਆ ਗਿਆ 1 ਮਾਈਨਸ 5 ਜਮਾ 4, ਇਹ ਆ ਗਿਆ ਜੀ ਮਾਈਨਸ ਦੇ 4 ਜਮਾ 4 ਬਰਾਬਰ 0। ਇਸ ਦਾ ਮਤਲਬ ਇਹ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਗਿਆ ਸੱਜੇ ਪਾਸੇ ਦੇ, ਇਹਦਾ ਮਤਲਬ 1 ਜਿਹੜਾ ਉਹ ਇਹਦੀ 0 ਹੈ। ਤਾਂ ਹੁਣ ਅਸੀਂ ਦੂਸਰੇ ਨੂੰ ਚੈੱਕ ਕਰਨਾ ਹੈ 3 ਨੂੰ ਭਰਾਂਗੇ ਤਾਂ ਕੀ ਹੋ ਜਾਏਗਾ ਜੀ, 3 ਦੀ ਘਾਤ 2 ਮਾਈਨਸ 5 ਗੁਣਾ 3 ਜਮਾ 4, ਇਹਨੂੰ ਹੱਲ ਕਰਾਂਗੇ 3 ਦੀ ਘਾਤ 2 9 ਮਾਈਨਸ 5 ਤੀਏ 15 ਜਮਾ 4, ਇਹ ਹੋ ਗਿਆ ਜੀ ਮਾਈਨਸ ਦੇ 6 ਜਮਾ 4, ਇਹ ਆ ਗਿਆ ਜੀ ਮਾਈਨਸ 2, ਯਾਨੀ ਕਿ ਇਹ 0 ਨਹੀਂ ਆਇਆ, ਯਾਨੀ ਕਿ ਇਹ ਰਾਈਟ ਹੈਂਡ ਸਾਈਡ ਦੇ ਬਰਾਬਰ ਨਹੀਂ ਆਇਆ। ਇਹਦਾ ਮਤਲਬ 3 ਇਸ ਦੀ 0 ਨਹੀਂ ਹੈ। ਇਸ ਦਾ ਮਤਲਬ ਪਹਿਲਾ ਆਪਸ਼ਨ ਆਨਸਰ ਨਹੀਂ ਹੋਏਗਾ। ਇਸ ਤਰੀਕੇ ਨਾਲ ਅਸੀਂ ਦੂਜੇ ਆਪਸ਼ਨ ਤੇ ਜਾਵਾਂਗੇ। ਦੂਜੇ ਵਿੱਚ ਇੱਕ ਤਾਂ ਜਿਹੜਾ ਇਹਨੂੰ ਸੈਟੀਸਫਾਈ ਕਰੇਗਾ ਪਰ 5 ਫੇਰ ਨਹੀਂ ਕਰੇਗਾ, ਇਹਦਾ ਮਤਲਬ ਬੀ ਆਪਸ਼ਨ ਵੀ ਉੱਤਰ ਨਹੀਂ ਹੋਏਗਾ। ਪਰ ਜਦੋਂ ਅਸੀਂ ਸੀ ਆਪਸ਼ਨ ਤੇ ਜਾਵਾਂਗੇ, ਸੀ ਆਪਸ਼ਨ ਵਿੱਚ ਜਿਵੇਂ 4 ਲਿਖਿਆ ਤਾਂ ਅਸੀਂ 4 ਨੂੰ ਇਸ ਦੇ ਵਿੱਚ ਭਰਾਂਗੇ ਤਾਂ ਕੀ ਹੋ ਜਾਏਗਾ, 4 ਦੀ ਘਾਤ 2 ਮਾਈਨਸ 5 ਗੁਣਾ 4 ਜਮਾ 4 ਹੋ ਜਾਏਗਾ, 4 ਦੀ ਘਾਤ 2 16 5 ਗੁਣਾ 4 ਹੋ ਗਿਆ ਜੀ 20 ਜਮਾ 4, ਇਹ ਹੋ ਗਿਆ ਜੀ ਮਾਈਨਸ ਦੇ 4 ਪਲੱਸ ਦੇ 4, ਇਹ ਆ ਗਿਆ ਜੀ 0, ਯਾਨੀ ਕਿ ਇਹ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਗਿਆ। ਇਹਦਾ ਮਤਲਬ ਇਹ ਇਹਦੀ 0 ਹੋ ਜਾਏਗੀ, ਯਾਨੀ ਕਿ ਸਾਡਾ ਜਿਹੜਾ ਆਨਸਰ ਹੈ ਉਹ ਹੋ ਜਾਏਗਾ ਸੀ ਆਪਸ਼ਨ। ਤਾਂ ਅਸੀਂ ਜ਼ਰੂਰੀ ਨਹੀਂ ਕਿ ਇਹ ਵਾਲਾ ਫਾਰਮੂਲਾ ਲਗਾਉਣਾ ਹੀ ਹੁੰਦਾ ਹੈ, ਇਹ ਫਾਰਮੂਲੇ ਨੂੰ ਅਸੀਂ ਚਾਹੇ ਲਗਾਈਏ ਚਾਹੇ ਨਾ ਲਗਾਈਏ, ਪੇਪਰ ਦੇ ਵਿੱਚ ਜੇ ਅਸੀਂ ਇਸ ਨੂੰ ਲਗਾਵਾਂਗੇ ਤਾਂ ਡਾਇਰੈਕਟ ਇਹੀ ਆਨਸਰ ਨਿਕਲੇ ਆਏਗਾ। ਪਰ ਅਸੀਂ ਬਾਇਓ ਆਪਸ਼ਨ ਵੀ ਇਹਨਾਂ ਕੁਐਸਚਨਾਂ ਨੂੰ ਹੱਲ ਕਰ ਸਕਦੇ ਹਾਂ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਮੈਥਡ ਜਿਹੜਾ ਸਮਝ ਲੱਗ ਗਿਆ ਹੋਏਗਾ, ਅਤੇ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਮਝ ਚੀਜ਼ਾਂ ਲੱਗਦੀਆਂ ਨੇ ਜਾਂ ਨਹੀਂ। ਠੀਕ ਹੈ ਜੀ। ਆਓ ਜੀ ਨੈਕਸਟ ਚੀਜ਼ ਆਪਾਂ ਦੇਖਦੇ ਹਾਂ, ਨੇਚਰ ਆਫ ਰੂਟਸ। ਨੇਚਰ ਆਫ ਰੂਟ ਵੀ ਜਿਹੜੀ ਹੈ ਮੈਂ ਤੁਹਾਨੂੰ ਚੀਜ਼ ਪਹਿਲਾਂ ਹੀ ਦੱਸੀ ਹੋਈ ਹੈ, ਕੱਲ੍ਹ ਵੀ ਅਸੀਂ ਡਿਸਕਸ ਕੀਤੀ ਸੀ ਨੇਚਰ ਆਫ ਰੂਟ ਨੂੰ। ਹਾਂਜੀ, ਨੇਚਰ ਆਫ ਰੂਟ ਦੇਖੋ, ਹੁਣੇ ਹੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇੱਕ ਦੋ ਘਾਤੀ ਸਮੀਕਰਨ ਇਸ ਤਰੀਕੇ ਦੀ ਹੁੰਦੀ ਹੈ, ax ਦੀ ਘਾਤ 2 ਜਮਾ bx ਜਮਾ c ਬਰਾਬਰ 0। ਡਿਸਕ੍ਰਿਮੀਨੈਂਟ ਦਾ ਮੈਂ ਤੁਹਾਨੂੰ ਫਾਰਮੂਲਾ ਲਿਖਵਾ ਚੁੱਕਿਆ ਹਾਂ, ਉਹ ਹੁੰਦਾ ਜੀ b ਦੀ ਘਾਤ 2 ਮਾਈਨਸ 4ac, ਇਹ ਹੈ ਜੀ ਡਿਸਕ੍ਰਿਮੀਨੈਂਟ ਦਾ ਫਾਰਮੂਲਾ। ਹੁਣ ਦੇਖੋ ਨੇਚਰ ਆਫ ਰੂਟ ਕੀ ਹੁੰਦਾ ਹੈ। ਨੇਚਰ ਨੂੰ ਪੰਜਾਬੀ ਵਿੱਚ ਬੋਲਦੇ ਨੇ ਪ੍ਰਕਿਰਤੀ, ਤੇ ਰੂਟ ਹੈ ਜੀ 0, ਯਾਨੀ ਕਿ ਸਿਫਰ। ਮਤਲਬ ਜੇ ਇੱਕ ਪੋਲੀਨੋਮੀਅਲ ਕੋਲ ਜਿਹੜੀ 0 ਹੋਏਗੀ ਉਸਦੀ ਪ੍ਰਕਿਰਤੀ ਕਿਹੋ ਜਿਹੀ ਹੋਏਗੀ। ਠੀਕ ਹੈ ਜੀ। ਤਾਂ ਇੱਥੇ ਪ੍ਰਕਿਰਤੀ ਅਸੀਂ ਕਿਸ ਤਰੀਕੇ ਨਾਲ ਦੇਖਣੀ ਹੈ, ਅਸੀਂ d ਕੱਢਾਂਗੇ। d ਹੈ ਜੀ b ਦੀ ਘਾਤ 2 ਮਾਈਨਸ 4ac। ਦੇਖੋ ਜੇਕਰ d ਕੱਢ ਕੇ ਤੁਹਾਡਾ ਉੱਤਰ ਆ ਜਾਏ ਜੀ 0 ਤੋਂ ਵੱਡਾ, ਕੀ ਆ ਜਾਏ 0 ਤੋਂ ਵੱਡਾ, ਅਤੇ ਜੇਕਰ ਆ ਜਾਏ b ਦੀ ਘਾਤ 2 ਮਾਈਨਸ 4ac ਕਰਕੇ ਉੱਤਰ 0 ਦੇ ਬਰਾਬਰ, ਕੀ ਆ ਜਾਏ ਜੀ 0 ਦੇ ਬਰਾਬਰ। ਦੇਖੋ ਜੇਕਰ ਉੱਤਰ ਆ ਜਾਏ ਤੁਹਾਡਾ 0 ਤੋਂ ਵੱਡਾ, ਤਾਂ ਨੇਚਰ ਆਫ ਰੂਟ ਕੀ ਹੋਏਗਾ ਕਿ ਰੂਟ ਜਿਹੜੇ ਨੇ ਤੁਹਾਡੇ ਰੀਅਲ ਨੰਬਰ ਤਾਂ ਹੋਣਗੇ, ਯਾਨੀ ਕਿ ਰੂਟ ਤੁਹਾਡੇ ਵਾਸਤਵਿਕ ਤਾਂ ਹੋਣਗੇ, ਵਾਸਤਵਿਕ ਸੰਖਿਆ ਤਾਂ ਹੋਣਗੇ, ਅਤੇ ਇਕੁਅਲ ਵੀ ਹੋਣਗੇ, ਅਲੱਗ-ਅਲੱਗ ਹੋਣਗੇ। ਕੀ ਹੋਣਗੇ ਜੀ, ਅਲੱਗ-ਅਲੱਗ ਹੋਣਗੇ, ਯਾਨੀ ਕਿ ਡਿਸਟਿੰਕਟ ਹੋਣਗੇ। ਇਹ ਚੀਜ਼ਾਂ ਨੂੰ ਧਿਆਨ ਨਾਲ ਸਮਝ ਲਓ, ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਇਹਨਾਂ ਤੋਂ ਹੀ ਬਣਦੇ ਨੇ। ਦੇਖੋ ਜੇਕਰ ਡਿਸਕ੍ਰਿਮੀਨੈਂਟ ਕੱਢ ਕੇ ਤੁਹਾਡਾ ਉੱਤਰ 0 ਤੋਂ ਵੱਡਾ ਆ ਗਿਆ, ਤਾਂ ਤੁਹਾਨੂੰ ਕਿਹੋ ਜਿਹੇ ਰੂਟ ਮਿਲਣਗੇ, ਉਹਨਾਂ ਦੀ ਪ੍ਰਕਿਰਤੀ ਕਿਹੋ ਜਿਹੀ ਹੋਏਗੀ ਕਿ ਉਹ ਰੀਅਲ ਨੰਬਰ ਤਾਂ ਹੋਣਗੇ, ਵਾਸਤਵਿਕ ਸੰਖਿਆ ਤਾਂ ਹੋਣਗੇ, ਪਰ ਅਲੱਗ-ਅਲੱਗ ਹੋਣਗੇ। ਠੀਕ ਹੈ ਜੀ। ਅਤੇ ਜੇਕਰ d ਤੁਹਾਡਾ ਕੱਢ ਕੇ, ਯਾਨੀ ਕਿ b ਦੀ ਘਾਤ 2 ਮਾਈਨਸ 4ac ਕਰਕੇ ਉਹ 0 ਦੇ ਬਰਾਬਰ ਹੀ ਆ ਜਾਏ, ਤਾਂ ਕੀ ਹੁੰਦਾ ਹੈ, ਰੂਟ ਜੋ ਮਿਲਣਗੇ ਉਹ ਰੀਅਲ ਨੰਬਰ ਤਾਂ ਮਿਲਣਗੇ ਹੀ, ਅਤੇ ਉਹ ਇਕੁਅਲ ਹੋਣਗੇ। ਇਕੁਅਲ ਮਾਨੇ ਸਮਾਨ ਹੋਣਗੇ, ਯਾਨੀ ਕਿ ਦੋ ਘਾਤੀ ਸਮੀਕਰਨ ਕੋਲ ਦੋ ਹੀ ਰੂਟ ਮਿਲਣੇ ਨੇ, ਅਤੇ ਉਹ ਦੋਨੋਂ ਸਮਾਨ ਕਦੋਂ ਮਿਲਣਗੇ, ਜਦੋਂ ਡਿਸਕ੍ਰਿਮੀਨੈਂਟ ਕੀ ਹੋ ਜਾਏ 0, ਅਤੇ ਉਹ ਅਲੱਗ-ਅਲੱਗ ਕਦੋਂ ਮਿਲਣਗੇ, ਜਦੋਂ ਡਿਸਕ੍ਰਿਮੀਨੈਂਟ ਜਿਹੜਾ 0 ਤੋਂ ਹੋ ਜਾਏ ਵੱਡਾ। ਠੀਕ ਹੈ ਜੀ। ਪਰ ਦੋਨੋਂ ਹੀ ਹਾਲਾਤਾਂ ਵਿੱਚ ਜਿਹੜੀ ਸੇਮ ਚੀਜ਼ ਆ ਉਹ ਕੀ ਹੈ, ਦੋਨੋਂ ਵਾਰ ਕੌਣ ਮਿਲੇਗਾ, ਰੀਅਲ ਨੰਬਰ ਹੀ ਮਿਲੇਗਾ। ਦੋਨੋਂ ਵਾਰ ਕੀ ਮਿਲੇਗਾ, ਰੀਅਲ ਨੰਬਰ ਹੀ ਮਿਲੇਗਾ। ਅਤੇ ਜੇਕਰ d ਜਿਹੜਾ ਹੈ ਉਹ ਸਾਡਾ b² ਮਾਈਨਸ 4ac 0 ਤੋਂ ਆ ਜਾਏ ਛੋਟਾ, ਕੀ ਆ ਜਾਏ ਜੀ 0 ਤੋਂ ਛੋਟਾ, ਜੇਕਰ ਉਹ 0 ਤੋਂ ਛੋਟਾ ਆ ਜਾਏ ਤਾਂ ਕੀ ਹੋਏਗਾ, ਤਾਂ ਰੀਅਲ ਨੰਬਰ
जो है वो नहीं मिलेगा। की होएगा जी? ਰੀਅਲ ਨੰਬਰ नहीं मिलेगा। तो हुण असी इस दे विच की सीखी मेन चीज़ वो असी देखनी है। आओ असी मेन चीज़ की सीखी उस दे बारे विच देखिए कि नेचर ऑफ रूट निकलदा किवें है डिस्क्रिमिनेंट की सहायता नाल। डिस्क्रिमिनेंट किवें निकलदा है? बी दी घात 2 - 4ac। जेकर डिस्क्रिमिनेंट 0 तो आ जाए वड्डा तो रूट की मिलणगे? हमेशा ਰੀਅਲ नंबर एंड अनइक्वल। अनइक्वल का मतलब है अलग अलग, यानी कि उस दे लई मैथेमैटिकली जो वर्ड यूज़ किया जाता है वह हुंदा जी डिस्टिंक्ट। फिर जेकर डिस्क्रिमिनेंट जो है b² - 4ac 0 आ जाए तो की होएगा? तां भी जो है ਰੀਅਲ नंबर मिलेगा एंड इक्वल, यानी कि वो की होणगे मुੱਲ ਜਿਹੜੇ ਨੇ ਉਹ ਹੋਣਗੇ बराबर। तो तीजी चीज़ जेकर b² - 4ac यानी कि डिस्क्रिमिनेंट की है 0 तो आ जाए छोटा तो की होएगा? ਜਿਹੜੇ रूट ने वो नोट अ ਰੀਅਲ नंबर, यानी कि ਰੀਅਲ नंबर ही नहीं मिलेगा। सो जेकर तुहानू पेपर दे विच क्वेश्चन आ जाए कि दो घाती समीकरण कोल, क्वेश्चन मेरा ध्यान नाल सुनना है कि एक दो घाती समीकरण कोल उसके रूट ਰੀਅਲ नंबर कदों मिलणगे? तो ਰੀਅਲ नंबर कदों मिलते हैं जी? जो डिस्क्रिमिनेंट जो है 0 तो वड्डा आ जाए जां 0 भी आ जाए। क्योंकि देखो 0 तो वड्डा है तो भी ਰੀਅਲ नंबर मिलेगा, तो 0 आ जाए तो भी ਰੀਅਲ नंबर मिलेगा। वो बराबर हैं जां नहीं ये एक अलग चीज़ है, पर ਰੀਅਲ नंबर जरूर मिलेगा। इस करके जेकर पेपर 'ਚ क्वेश्चन आ जाए कि ਰੀਅਲ नंबर होवे उसके रूट तो डिस्क्रिमिनेंट की होना चाहिए है? 0 ਜਾਂ 0 तो वड्डा। 0 भी हो सकता है तो 0 तो वड्डा भी हो सकता है। मैं उम्मीद करदा तुहानू ये चीज़ जी समझ लग गई होएगी। हुण नेचर ऑफ रूट तो ये MCQ डायरैक्ट फार्मूला बेस भी पूछे जा सकते हैं, पर एक क्वेश्चन भी पूछा जा सकता है। वो क्वेश्चन किवें पुछणगे उस चीज़ ते आपां जिहड़ी गल करनी है। क्वेश्चन किवें पूछा जाता है? फाइंड के इफ नेचर ऑफ रूट गिवन। ठीक है जी, जिवें मान लो मैं तुहाडे अगे एक क्वेश्चन रखता, क्वेश्चन मैं इत्थे तुहाडे अगे बनाना हाँ, x दी घात 2 - 6x जमा k बराबर 0। तुहानू के कड्ढण लई क्या जाएगा? फाइंड के कड्ढो, नेचर ऑफ रूट वो दे के भेजेगा। जिवें मान लो मैं तुहानू ये दो घाती समीकरण देती अते मैं तुहानू ये कहंदा हाँ कि के पता करो, के पता करो जेकर इस दे दोवें रूट जो ने वो की होणगे बराबर। जेकर इस दे दोवें रूट की होण बराबर होण तां की पता करो? के पता करो। ठीक है जी। हुण देखो ਜਦੋਂ भी ਮੁੱਲ बराबर होने की गल की जाए या मुੱਲ अलग अलग होने की गल की जाए, ਇਹਦਾ मतलब ਉਹਨੇ ਤੁਹਾਨੂੰ ਕੀ देता? नेचर। तो नेचर असी कित्थों कढ़ते हैं? डिस्क्रिमिनेंट तो। डिस्क्रिमिनेंट की है b दी घात 2 - 4ac। ठीक है जी। उन्हें सानू क्या है कि इस दे जिहड़े मुੱਲ वो बराबर ने, इसका मतलब असी की करांगे? b दी घात 2 - 4ac बराबर होने का मतलब है डिस्क्रिमिनेंट नूं किहदे बराबर रख दो? 0 दे, क्योंकि मुੱਲ उदों ही बराबर हुंदे ने जदों डिस्क्रिमिनेंट 0 हो जाए। हुण असी इत्थे की करांगे? फार्मूले दे विच वैल्यू भरांगे। ए है जी 1, बी है -6 ते सी की है जी के। ठीक है जी। हुण आओ इत्थे असी भरदे हैं बी दी घात 2 का मतलब है -6 दी घात 2 -4, ए है जी 1, सी है के बराबर 0। 6 की घात 2 है जी 36, माइनस की घात 2 हो गया प्लस, तो ये आ गया जी 4 की गुणा के नाल 4k बराबर हो गया 0। ਜਦੋਂ भी कोई अखर इंग्लिश वाले के अगे माइनस होवे तो उसनूं दूजे पासे लै जाना है, यानी कि माइनस के 4k उधर जाणगे तो ये हो गए प्लस के 4k। देखो कोई भी रकम बराबर के निशान दे इधर तो उधर जानी है, तो जेकर प्लस की रकम सी तो उधर जाके माइनस हो जाएगी, जेकर माइनस की है उधर जाके प्लस हो जाएगी, जे इधर गुणा की है उधर जाके भाग की हो जाएगी, जे इधर भाग की है तो उधर जाके गुणा की हो जाएगी। ये वाला रूल याद रखना है। तो 36 बराबर 4k हो गया। हुण 4 दे नाल k जिहड़ा वो गुणा हो रहा है, 4k का मतलब होंगे 4 गुणा के, तो 4 इधर गुणा हो रहा है तो उधर जाके 4 की हो जाएगा भाग, तो के कितना आ गया जी 9, कट के कितना आ गया? के आ गया जी 9। इसका मतलब इत्थे के जेकर 9 होएगा तो इस दो घाती समीकरण के मुੱਲ की हो जाएंगे? बराबर हो जाएंगे। मैं उम्मीद करदा तुहानूं ये चीज़ जिहड़ी समझ लग गई होएगी। ठीक है जी। इस तरीके नाल पेपर 'ਚ तुहाडे तो के कढवा सकदा है। जिवें मन के चलो वो तुहानूं कह दे कि के पता करो जेकर इसके मुੱਲ बराबर ना होण। बराबर ना होण का मतलब की हुंदा है कि 0 नहीं होएगा, 0 तो वड्डा होएगा, यानी कि उत्तर की होएगा इत्थे 0 तो वड्डा, ये 0 तो वड्डा, इत्थे भी की निशान आ जाएगा 0 तो वड्डा। ठीक है जी। इत्थे भी की आ जाएगा वड्डे का निशान।
ਹੁਣ ਕੀ ਆਇਆ 9 ਵੱਡਾ ਹੋ ਗਿਆ k ਤੋਂ, ਯਾਨੀ ਕਿ k ਕੀ ਹੈ 9 ਤੋਂ ਛੋਟਾ ਕੁਛ ਵੀ ਲੈ ਲਓ। ਦੇਖੋ ਇਸ ਨੂੰ ਮੈਂ ਐਵੇਂ ਲਿਖਤਾ, k ਨੂੰ ਇੱਧਰਲੇ ਪਾਸੇ ਲਿਖ ਲਿਆ, k ਵਾਲੀ ਇਸ ਦੀ ਡੰਡੀ ਐਵੇਂ ਸੀ ਤਾਂ ਅਸੀਂ ਐਵੇਂ ਲਿਖ ਲਿਆ, k ਘੱਟ ਹੈ 9 ਤੋਂ। ਯਾਨੀ ਕਿ ਜੇਕਰ ਤੁਸੀਂ k ਨੂੰ 9 ਤੋਂ ਘੱਟ ਕੁਛ ਵੀ ਲਿਖ ਲਓਗੇ ਇਸ ਰਕਮ ਦੇ ਵਿੱਚ ਤਾਂ ਇਸ ਦੇ ਮੁੱਲ ਜਿਹੜੇ ਉਹ ਅਲੱਗ-ਅਲੱਗ ਹੀ ਆਣਗੇ, ਬਰਾਬਰ ਨਹੀਂ ਆਣਗੇ। ਠੀਕ ਹੈ ਜੀ, ਮੈਂ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿ ਕੀ ਚੀਜ਼ ਕਹੀ ਜਾ ਰਹੀ ਹੈ ਤੁਹਾਨੂੰ ਇੱਥੇ। ਠੀਕ ਹੈ ਜੀ, ਸੋ ਇਹ ਸੀ ਸਾਡੇ ਕੋਲ ਨੇਚਰ ਆਫ ਰੂਟ ਦੇ ਥਰੂ ਕੇ ਕੱਢਣ ਦਾ ਫਾਰਮੂਲਾ। ਮੈਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਏਗੀ। ਤਾਂ ਅੱਜ ਦੇ ਦਿਨ ਅਸੀਂ ਕੀ ਚੀਜ਼ ਕੀਤੀ ਹੈ, ਮੈਂ ਤੁਹਾਨੂੰ ਫਿਰ ਇਹ ਚੀਜ਼ ਰਿਪੀਟ ਕਰ ਦਿੰਦਾ ਸਾਰੀ। ਦੇਖੋ ਅੱਜ ਦੇ ਦਿਨ ਅਸੀਂ ਜਿਹੜੀ ਮੇਨ ਚੀਜ਼ ਸਿੱਖੀ ਹੈ ਉਹ ਸਿੱਖੀ ਹੈ ਕਿ ਡਿਸਕ੍ਰਿਮੀਨੈਂਟ ਕਿਵੇਂ ਕੱਢੀਦਾ ਹੈ। ਸੋ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਜੀ ਡੀ ਬੀ ਸਕੁਅਰ ਮਾਈਨਸ 4ac। ਫਿਰ ਅਸੀਂ ਸਿੱਖਿਆ ਨੇਚਰ ਆਫ ਰੂਟ। ਨੇਚਰ ਆਫ ਰੂਟ ਕੀ ਹੈ, ਜੇਕਰ ਇਹ 0 ਤੋਂ ਵੱਡਾ ਆ ਜਾਏ ਤਾਂ ਮੁੱਲ ਰੀਅਲ ਹੋਣਗੇ ਐਂਡ ਅਨਇਕੁਅਲ ਹੋਣਗੇ। ਜੇਕਰ ਇਹ ਇਕੁਅਲ ਟੂ 0 ਆ ਜਾਏ ਤਾਂ ਰੂਟ ਰੀਅਲ ਹੋਣਗੇ ਐਂਡ ਇਕੁਅਲ ਵੀ ਹੋਣਗੇ, ਯਾਨੀ ਕਿ ਬਰਾਬਰ ਹੋਣਗੇ। ਜੇਕਰ ਇਹ 0 ਤੋਂ ਛੋਟਾ ਆ ਜਾਏ ਤਾਂ ਰੂਟ ਜਿਹੜੇ ਹੈ ਨੋਟ ਰੀਅਲ ਨੰਬਰ, ਮਤਲਬ ਰੀਅਲ ਨੰਬਰ ਹੀ ਨਹੀਂ ਹੋਣਗੇ। ਠੀਕ ਹੈ ਜੀ, ਫਿਰ ਉਹ ਨੇਚਰ ਆਫ ਰੂਟ ਦੇ ਕੇ ਸਾਡੇ ਤੋਂ ਕੇ ਕਢਵਾ ਸਕਦਾ ਹੈ। ਠੀਕ ਹੈ ਜੀ, ਅਸੀਂ ਕੇ ਕੱਢਣਾ ਸਿੱਖ ਲੈਣਾ। ਜੇਕਰ ਉਹ ਸਾਨੂੰ ਰੂਟ ਹੀ ਕੱਢਣ ਨੂੰ ਕਹਿ ਦੇ ਤਾਂ ਰੂਟ ਕਿਵੇਂ ਨਿਕਲਦੇ ਨੇ, ਉਸ ਦਾ ਫਾਰਮੂਲਾ ਹੈ -b ਪਲੱਸ ਮਾਈਨਸ b ਦੀ ਘਾਤ 2 ਮਾਈਨਸ 4ac ਬਟਾ 2a। ਸੋ ਇਹ ਫਾਰਮੂਲਾ ਹੈ। ਦੇਖੋ ਕਈ ਵਾਰ ਪੇਪਰ 'ਚ ਫਾਰਮੂਲਾ ਹੀ ਪੁੱਛ ਲਿਆ ਜਾਂਦਾ, ਤਾਂ ਕਈ ਵਾਰ ਆਪਸ਼ਨ 'ਚ ਐਵੇਂ ਲਿਖਿਆ ਹੁੰਦਾ -b ਪਲੱਸ ਮਾਈਨਸ ਵਰਗਮੂਲ d ਬਟਾ 2a, ਤਾਂ ਇਹ ਵੀ ਸਹੀ ਹੈ। ਕਈ ਵਾਰ ਐਵੇਂ ਵੀ ਲਿਖਿਆ ਆ ਜਾਂਦਾ ਹੈ 2a ਤੇ ਇੱਥੇ ਆ ਜਾਏਗਾ ਬਟਾ 2a। ਇਹ ਵੀ ਠੀਕ ਹੈ ਕਿਉਂਕਿ ਉਸਨੇ ਪਲੱਸ ਮਾਈਨਸ ਪਹਿਲਾਂ ਹੀ ਅਲੱਗ ਕਰਤਾ। ਇਹ ਵੀ ਠੀਕ ਹੈ, ਇਹ ਵੀ ਠੀਕ ਹੈ। ਕਈ ਵਾਰ ਪੇਪਰ 'ਚ ਐਵੇਂ ਲਿਖ ਕੇ ਭੇਜ ਦਿੰਦੇ ਨੇ b ਪਲੱਸ ਮਾਈਨਸ d ਬਟਾ 2a, ਤਾਂ ਇਹ ਗਲਤ ਹੈ ਕਿਉਂਕਿ b ਦੇ ਅੱਗੇ ਮਾਈਨਸ ਲੱਗਿਆ ਹੁੰਦਾ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀ ਚੀਜ਼ ਜਿਹੜੀ ਸਮਝ ਲੱਗ ਗਈ ਹੋਏਗੀ। ਠੀਕ ਹੈ ਜੀ, ਤੇ ਇਸੇ ਹੀ ਉਮੀਦ ਨਾਲ ਅਸੀਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਇਸ ਨੂੰ ਕਰਦੇ ਹਾਂ ਖਤਮ। ਸੋ ਥੈਂਕ ਯੂ ਫॉर ਵਾਚਿੰਗ। ਤੇ ਜੇਕਰ ਤੁਹਾਨੂੰ ਸਮਝ ਲੱਗ ਗਿਆ ਹੋਏ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਰਵਾਓ, ਲਾਈਕ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਤਾਂ ਕਿ ETT 6635 ਦੀ ਤਿਆਰੀ ਕਰਨ ਵਾਲੇ ਬੱਚੇ ਇਸ ਤੋਂ ਵਾਂਝੇ ਨਾ ਰਹਿ ਜਾਣ। ਸੋ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਇਸ ਲੈਕਚਰ ਨੂੰ ਦੇਖਣ ਲਈ, ਇਸ ਵੀਡੀਓ 'ਤੇ ਲਾਈਕ ਕਰਨ ਲਈ। ਥੈਂਕ ਯੂ ਵੈਰੀ ਮੱਚ। ਮਿਲਦੇ ਹਨ ਕਿਸੇ ਨਵੀਂ ਵੀਡੀਓ, ਇੱਕ ਨਵੇਂ ਲੈਕਚਰ ਦੇ ਨਾਲ, ਇੱਕ ਨਵੇਂ ਜੇ ਕਿਸੇ ਖਾਸ ਟੌਪਿਕ ਦੇ ਨਾਲ। ਤੇ ਇਹ ਚੀਜ਼ ਕਾਫੀ ਇੰਪੋਰਟੈਂਟ ਹੈ, ਕਨਸੈਪਚੁਅਲੀ ਹੈ, ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਾਫੀ ਧਿਆਨ ਨਾਲ ਸਮਝਣਾ ਹੈ, ਕਾਫੀ ਧਿਆਨ ਨਾਲ ਸਿੱਖਣਾ ਹੈ, ਵੀਡੀਓ ਨੂੰ ਵਾਰ-ਵਾਰ ਦੇਖਣਾ ਹੈ। ਵੀਡੀਓ ਦੇ ਵਿੱਚ ਜੋ ਚੀਜ਼ਾਂ ਦੱਸੀਆਂ ਗਈਆਂ ਨੇ ਇਹਨਾਂ ਦੀ ਪ੍ਰੈਕਟਿਸ ਕਰਨੀ ਹੈ। ਔਰ ਕਾਫੀ ਜ਼ਿਆਦਾ ਕੁਐਸਚਨਸ ਨੇ, ਤੁਸੀਂ ਟੈਲੀਗ੍ਰਾਮ ਚੈਨਲ 'ਤੇ ਜੁੜਨਾ ਹੈ। ਉੱਥੇ ਤੁਹਾਨੂੰ ਟਾਈਮ ਟੂ ਟਾਈਮ ਜਿਹੜੇ ਆ ਕੁਐਸਚਨ ਸੈਂਡ ਕਰ ਦਿੱਤੇ ਜਾਇਆ ਕਰਨਗੇ। ਗੂਗਲ ਸ਼ੀਟਸ ਬਣਾਈਆਂ ਜਾ ਰਹੀਆਂ ਨੇ, ਉਸ ਦੇ ਵਿੱਚ ਤੁਹਾਨੂੰ ਕਾਫੀ ਕੁਐਸਚਨਸ ਦੇਖਣ ਨੂੰ ਮਿਲਣਗੇ। ਸੋ ਮਿਲਦੇ ਹਾਂ ਆਪਾਂ ਕਿਸੇ ਨਵੇਂ ਲੈਕਚਰ ਦੇ ਨਾਲ, ਕਿਸੇ ਨਵੇਂ ਟੌਪਿਕ ਦੇ ਨਾਲ। ਧੰਨਵਾਦ, ਥੈਂਕ ਯੂ ਵੈਰੀ ਮਚ।